ਨਾਮ ਵਾਹਿਗੁਰੂ ਸਾਹਿਬ ਜੀ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾਏ ਜਿਉ। ਮੈਂ ਆਸਾ ਰਖੀ ਚਿਤ ਮਹੇ, ਮੇਰਾ ਸਭੋ ਦੁੱਖ ਗਵਾਏ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਰੋਜ਼ਾਨਾ ਸ਼ਾਮ ਨੂੰ ਸ੍ਰੀਮਾਨ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਗੁਰਮਤਿ ਸੰਗੀਤ ਅਕੈਡਮੀ ਵਿਖੇ ਤਿੰਨਾਂ ਦੇ ਪਾਵਨ ਪਵਿੱਤਰ ਜੀਵਨ ਦੀ ਕਥਾ ਸਰਵਣ ਕਰਦੇ ਹੋ। ਮੈਂ ਬਾਹਰ ਵਾਲਿਆਂ ਨੂੰ ਬੇਨਤੀ ਕਰਦਾ ਵੀ ਜਾਂ ਇੱਥੋਂ ਗਾਂਹ ਪਿਛਾਂ ਚਲੇ ਜਾਓ ਤੇ ਜਾਂ ਗੱਲਾਂ ਕਰਨ ਵੜ ਜਾਓ। ਬੇਨਤੀ ਕਰਦਾ ਹੱਥ ਜੋੜ ਕੇ ਨਾ ਅੱਗੇ ਵੀ ਜਾਂ ਇੱਥੋਂ ਅੱਗੇ ਪਿੱਛੇ ਚਲੇ ਜਾਓ ਤੇ ਜਾਂ ਗੱਲਾਂ ਕਰਨ ਵੜ ਜਾਓ। ਸੋ ਬੈਠ ਕੇ ਕਥਾ ਸਰਵਣ ਕਰੋ, ਬਾਕੀ ਸੰਗਤ ਨੂੰ ਸਰਵਣ ਕਰਨ ਦਿਓ। ਸੋ ਸਾਧ ਸੰਗਤ ਜੀ, ਆਪ ਜੀ ਨੇ ਕੱਲ ਸਰਵਣ ਕੀਤਾ ਕਿ ਸ੍ਰੀਮਾਨ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਜਦੋਂ ਮਹਾਂਪੁਰਖਾਂ ਬਾਬਾ ਅਤਰ ਸਿੰਘ ਸਾਹਿਬ ਜੀ ਦੇ ਅਸਥਾਨ 'ਤੇ ਮਸਤੂਆਣੇ ਸਾਹਿਬ ਗਏ ਹਨ, ਉੱਥੋਂ ਦੀਆਂ ਸੰਗਤਾਂ ਦੇ ਨਾਲ ਸਰਦਾਰ ਅਮਰ ਸਿੰਘ ਜੀ ਅਤੇ ਨਾਲ ਉਹਨਾਂ ਦੇ ਬਾਬਾ ਮਿੱਤ ਸਿੰਘ ਅਤੇ ਹੋਰ ਸੰਗਤਾਂ ਗਈਆਂ। ਕੁਝ ਦਿਨ ਰਹਿ ਕਰਕੇ ਮਸਤੂਆਣਾ ਸਾਹਿਬ ਵਿਖੇ ਤੇ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਤੋਂ ਕੀਰਤਨ ਸਰਵਣ ਕਰਕੇ, ਕਥਾ ਸਰਵਣ ਕਰਕੇ ਕੁਝ ਸਮੇਂ ਬਾਅਦ ਫਿਰ ਇੱਥੇ ਆ ਗਏ। ਤੇ ਜਦੋਂ ਮਸਤੂਆਣੇ ਸਾਹਿਬ ਗਏ ਸੀ ਨਾ, ਉੱਥੇ ਅੰਮ੍ਰਿਤ ਸੰਚਾਰ ਹੋਣ ਲੱਗਿਆ ਏ। ਮਹਾਂਪੁਰਖਾਂ ਨੇ ਕਿਹਾ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਇੱਕ ਪਾਸੇ ਹੋ ਜਾਓ, ਸੰਗਤ ਵਿੱਚੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਣ ਲੱਗਾ ਹੈ। ਤੇ ਸਭ ਤੋਂ ਪਹਿਲਾਂ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਉੱਠ ਕੇ ਤੇ ਉਸ ਪਾਸੇ ਹੋ ਗਏ। ਤੇ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਤੁਸਾਂ ਤੇ ਪਹਿਲਾਂ ਪਲਟਣ ਵਿੱਚੋਂ ਅੰਮ੍ਰਿਤ ਛਕਿਆ ਹੈ ਫੌਜ ਵਿੱਚੋਂ, ਤੇ ਤੁਸੀਂ ਦੋਹਰੇ ਕਿਉਂ ਛਕਣ ਲੱਗੇ ਹੋ? ਤੁਸੀਂ 1 ਮਹੀਨਾ ਜੋੜਿਆਂ ਦੀ ਸੇਵਾ ਕਰ ਲਵੋ। ਕਹਿੰਦੇ ਮਹਾਂਪੁਰਖੋ ਸੁਧਾਈ ਕਰਾ ਲਈਏ। ਕਹਿੰਦੇ ਤੁਸੀਂ ਜੋੜਿਆਂ ਦੀ ਸੇਵਾ ਕਰ ਲਵੋ, ਬਾਣੀ ਹੋਰ ਕੰਠ ਕਰਕੇ ਪੜ੍ਹਿਆ ਕਰੋ। ਤੇ ਮਹਾਂਪੁਰਖ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਕਹਿਣ ਲੱਗੇ 7 ਵਚਨ ਮਹਾਂਪੁਰਖੋ। ਉਸੇ ਤਰ੍ਹਾਂ ਕਰਨ ਲੱਗ ਪਏ। ਸਾਲ ਕੁ ਬਾਅਦ ਬਾਬਾ ਅਤਰ ਸਿੰਘ ਸਾਹਿਬ ਜੀ ਫਿਰ ਵਾਪਸ ਇੱਥੇ ਆ ਗਏ, ਕਿਸ਼ਨਪੁਰੇ ਆ ਗਏ, ਜਲੰਧਰ ਇੱਥੇ ਆਏ ਤੇ ਕਥਾ ਕੀਰਤਨ ਕਰਦੇ ਆ। ਤੇ ਇੰਨੇ ਸਮੇਂ ਦੇ ਵਿੱਚ ਇੱਥੋਂ ਦਾ ਰਹਿਣ ਵਾਲਾ ਇੱਕ ਸਰਦਾਰ ਬਸੰਤ ਸਿੰਘ ਆ ਗਿਆ ਕਿਸ਼ਨਪੁਰੇ ਦਾ। ਉਹ ਕਹਿਣ ਲੱਗਾ ਮਹਾਂਪੁਰਖੋ ਮੇਰੀ ਜਿਹੜੀ ਮਾਤਾ ਹੈ ਨਾ, ਉਹਨੂੰ ਪਲੇਗ ਹੋਈ ਹੈ। ਜਿਵੇਂ ਇਹ 1917, 18, 19, 20 ਦੀ ਗੱਲ ਹੈ। ਇਹ ਹੁਣ 2020 ਵਿੱਚ ਕਰੋਨਾ ਆਈ ਹੈ, ਤਾਂ ਉਦੋਂ ਪਲੇਗ ਆਈ ਸੀ। ਤੇ ਪਲੇਗ ਜਿਹੜੀ ਹੈ ਉਹ ਵੀ ਇੱਦਾਂ ਹੀ ਫੈਲੀ ਹੋਈ ਸੀ। ਲੋਕ ਪਿੰਡਾਂ ਵਿੱਚੋਂ ਉੱਠ ਕੇ ਬਾਹਰ ਡੇਰਿਆਂ 'ਤੇ ਜਾ ਕੇ ਰਹਿੰਦੇ ਸਨ ਵੀ ਇੱਕ ਦੂਜੇ ਤੋਂ ਦੂਰ ਦੂਰ ਰਹੀਏ, ਇਹ ਪਲੇਗ ਨਾ ਹੋ ਜਾਵੇ। ਤੇ ਇੱਧਰ ਇਸ ਬਸੰਤ ਸਿੰਘ ਦੀ ਮਾਤਾ ਨੂੰ ਪਲੇਗ ਵੀ ਹੋਈ ਹੈ ਤੇ ਹੈ ਵੀ ਬਜ਼ੁਰਗ, ਕਮਜ਼ੋਰ ਬੜੀ ਹੈ। ਤੇ ਉਹਨੇ ਬੇਨਤੀ ਕੀਤੀ ਮਹਾਂਪੁਰਖੋ ਅੰਮ੍ਰਿਤ ਛਕਾ ਦੇਈਏ, ਅੰਮ੍ਰਿਤ ਤੋਂ ਵਾਂਝੀ ਨਾ ਚਲੀ ਜਾਵੇ ਮੇਰੀ ਮਾਤਾ। ਉਹਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੀ ਬਣਾਉਣਾ ਹੈ। ਤੇ ਨਾਲ ਕਹਿਣ ਲੱਗੇ ਮਹਾਂਪੁਰਖ ਕਹਿੰਦੇ ਕੋਈ ਨਹੀਂ, ਛਕਾ ਦਿਆਂਗੇ, ਅੰਮ੍ਰਿਤ ਤਿਆਰ ਕਰਕੇ, ਬਾਟਾ ਤਿਆਰ ਕਰਕੇ ਛਕਾ ਦਿਆਂਗੇ। ਤੇ ਜਿੱਦਣ ਵੀ ਆਪਾਂ ਅੰਮ੍ਰਿਤ ਤਿਆਰ ਹੋਵੇਗਾ ਉਦੋਂ ਛਕਾ ਦਿਆਂਗੇ। ਉਹ ਕਹਿਣ ਲੱਗਾ ਨਹੀਂ ਮਹਾਂਪੁਰਖੋ ਸਾਡੇ ਘਰ ਚੱਲੋ, ਸਾਡੇ ਘਰ ਚੱਲ ਕੇ ਤੇ ਸਾਡੇ ਘਰੇ ਨਾਲੇ ਤੇ ਆਪ ਜੀ ਦੀਵਾਨ ਸਜਾਓ ਜਾ ਕੇ, ਸੰਗਤਾਂ ਨੂੰ ਉੱਥੇ ਆਪਾਂ ਸੱਦ ਲਵਾਂਗੇ ਤੇ ਉੱਥੇ ਹੀ 5 ਪਿਆਰੇ ਸਾਹਿਬਾਨਾਂ ਤੋਂ ਅੰਮ੍ਰਿਤ ਦਾ ਬਾਟਾ ਤਿਆਰ ਕਰਾ ਕੇ
ਤੇ ਮਾਤਾ ਨੂੰ ਘਰੇ ਹੀ ਛਕਾਉਣਾ ਪੈਣਾ, ਬਾਹਰ ਨਹੀਂ ਆਉਣ ਜੋਗੀ ਉਹ। ਤੇ ਸੰਤ ਬਾਬਾ ਅਤਰ ਸਿੰਘ ਜੀ ਦਇਆਵਾਨ ਸੁਭਾਅ ਵਾਲੇ ਮੰਨ ਗਏ, ਉੱਦਾਂ ਹੀ ਕਹਿੰਦੇ ਚਲੋ ਤੁਹਾਡੇ ਘਰ ਹੀ ਚੱਲਾਂਗੇ। ਹੁਣ ਉਹ ਸਰਦਾਰ ਬਸੰਤ ਸਿੰਘ ਦੇ ਘਰ ਉਹਦੀ ਮਾਤਾ ਨੂੰ ਅੰਮ੍ਰਿਤ ਛਕਾਉਣ ਵਾਸਤੇ ਮਹਾਂਪੁਰਖ ਵੇਖੋ ਕਿੰਨੇ ਪਰਉਪਕਾਰੀ ਆ। ਇੱਕ ਮਾਤਾ ਨੂੰ ਅੰਮ੍ਰਿਤ ਛਕਾਉਣ ਵਾਸਤੇ ਉਹਦੇ ਘਰ ਚਲੇ ਗਏ 5 ਪਿਆਰੇ ਸਾਹਿਬਾਨ ਲੈ ਕੇ। ਉਸ ਵੇਲੇ ਇੰਨਾ ਜ਼ਿਆਦਾ ਪ੍ਰਚਾਰ ਜਿਹੜਾ ਹੋਰ ਨਹੀਂ ਸੀ ਕਿਤੇ, ਜਿੰਨਾ ਮਹਾਂਪੁਰਖ ਬਾਬਾ ਅਤਰ ਸਿੰਘ ਸਾਹਿਬ ਜੀ ਕਰਦੇ ਸੀਗੇ। ਥਾਵਾਂ ਥਾਵਾਂ ਤੇ ਪਿੰਡਾਂ ਦੇ ਵਿੱਚ ਜਾ ਕਰਕੇ ਤੇ ਉਹ ਅੰਮ੍ਰਿਤ ਸੰਚਾਰ ਕਰਦੇ ਸੀ, ਅੰਮ੍ਰਿਤ ਛਕਾਉਣਾ, ਪ੍ਰਾਣੀਆਂ ਨੂੰ ਗੁਰੂ ਵਾਲੇ ਬਣਾਉਣਾ, ਜਾ ਕੇ ਦੀਵਾਨ ਸਜਾਉਣਾ। ਇੱਥੇ ਹੁਣ ਉਸ ਵੇਲੇ 5 ਸਿੰਘ ਜਿਹੜੇ ਸੀ ਉਹਨਾਂ ਪਹਿਲਾਂ ਤੇ ਕੀਰਤਨ ਕੀਤਾ, ਕਥਾ ਹੋਈ ਹੈ। ਫਿਰ 5 ਸਿੰਘ ਜਿਹੜੇ ਉਹਨਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੈ। ਉਹਨਾਂ ਵਿੱਚ ਜਿਹੜੇ 5 ਸਿੰਘ ਆ ਨਾ, ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਬਾਬਾ ਅਤਰ ਸਿੰਘ ਸਾਹਿਬ ਜੀ ਆਪ ਲੱਗੇ ਆ 5 ਪਿਆਰਿਆਂ 'ਚ। ਉਸ ਤੋਂ ਉਪਰੰਤ ਸੰਤ ਕਲਿਆਣ ਸਿੰਘ ਜੀ, ਤੀਸਰੇ ਬਾਬਾ ਮਿੱਤ ਸਿੰਘ ਜੀ, ਤੇ ਚੌਥੇ ਉੱਥੇ ਲੱਗੇ ਨੇ ਸੰਤ ਹਰੀ ਸਿੰਘ ਜੀ, ਤੇ ਜਿਹੜੇ 5ਵੇਂ ਸਿੰਘ ਆ, 5ਵੇਂ ਸਿੰਘ ਆ ਗਿਆਨੀ ਕਰਮ ਸਿੰਘ ਜੀ। 5 ਹੀ ਮਹਾਂਪੁਰਖ ਆ, ਬਾਬਾ ਅਤਰ ਸਿੰਘ ਜੀ, ਸੰਤ ਬਾਬਾ ਹਰੀ ਸਿੰਘ ਜੀ, ਸੰਤ ਬਾਬਾ ਕਲਿਆਣ ਸਿੰਘ ਜੀ, ਗਿਆਨੀ ਕਰਮ ਸਿੰਘ ਜੀ ਤੇ ਸੰਤ ਬਾਬਾ ਮਿੱਤ ਸਿੰਘ ਜੀ। 5 ਹੀ ਸੰਤ 5 ਪਾਰੇ ਸਾਹਿਬਾਨ ਦੀ ਡਿਊਟੀ ਕਰ ਰਹੇ ਆ। ਅੰਮ੍ਰਿਤ ਤਿਆਰ ਕਰਨ ਲੱਗੇ ਨੇ ਮਾਤਾ ਨੂੰ ਛਕਾਉਣ ਵਾਸਤੇ। ਤੇ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਇਹ ਉੱਠ ਕੇ ਕਹਿੰਦੇ ਮਹਾਂਪੁਰਖੋ ਮੈਨੂੰ ਵੀ ਅੰਮ੍ਰਿਤ ਛਕਾ ਦਿਓ ਮਾਤਾ ਦੇ ਨਾਲ ਹੀ। ਤੇ ਬਾਬਾ ਅਤਰ ਸਿੰਘ ਸਾਹਿਬ ਜੀ ਕਹਿੰਦੇ ਸਿੰਘਾ ਤੈਨੂੰ ਕੀ ਲੋੜ ਹੈ ਛਕਣ ਦੀ, ਤੂੰ ਤਾਂ ਪਹਿਲਾਂ ਛਕਿਆ ਏ, ਤੂੰ ਕਿਉਂ ਦੋਹਰੇ ਛਕਦਾ ਏ। ਤੇ ਕਹਿਣ ਲੱਗੇ ਜੀ ਮਨ ਵਿੱਚ ਨਾ ਸ਼ੰਕਾ ਜਿਹਾ ਰਹਿੰਦਾ ਏ ਵੀ ਕੋਈ ਭੁੱਲਾਂ ਨਾ ਹੋ ਗਈਆਂ, ਹੁਣ ਦੋਹਰੇ ਆਪ ਜੀ ਦੇ ਪਾਸੋਂ ਛਕ ਲਈਏ, ਮਨ ਵਿੱਚ ਨਾ ਇਹ ਸ਼ੰਕਾ ਰਹਿੰਦਾ ਏ। ਤੇ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਸੰਸੇ ਜੀਓ ਮਲੀਨ ਹੈ, ਫਿਰ ਤੈਨੂੰ ਛਕ ਹੀ ਲੈਣਾ ਚਾਹੀਦਾ, ਸ਼ੰਕਾ ਨਹੀਂ ਰਹਿਣਾ ਚਾਹੀਦਾ ਮਨ ਵਿੱਚ, ਸ਼ੰਕਾ ਕੱਢ ਹੀ ਲੈਣਾ ਚਾਹੀਦਾ ਵੀ ਮੈਂ ਛਕ ਲੈਂਦਾ ਦੋਹਰੇ, ਇਸ ਕਰਕੇ ਛਕ ਹੀ ਲੈ। ਹੁਣ ਫਿਰ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ। ਜਿੱਥੇ ਉਹ ਸਰਦਾਰ ਬਸੰਤ ਸਿੰਘ ਦੀ ਮਾਤਾ ਜੀ ਨੂੰ ਅੰਮ੍ਰਿਤ ਛਕਾਇਆ, ਉੱਥੇ ਨਾਲ ਹੀ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੇ ਵੀ ਅੰਮ੍ਰਿਤ ਛਕਿਆ। ਦੋਵਾਂ ਜਾਣਿਆਂ ਨੂੰ ਅੰਮ੍ਰਿਤ ਛਕਾਇਆ ਉਦੋਂ ਕਿਸ਼ਨਪੁਰੇ ਜਲੰਧਰ ਦੇ ਵਿੱਚ। ਇਹ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਸੀ। ਵੇਖੋ ਸਾਧ ਸੰਗਤ ਜੀ ਮਹਾਂਪੁਰਖ ਕਿੰਨੇ ਪਰਉਪਕਾਰੀ ਹੁੰਦੇ ਆ। ਉਸ ਮਾਤਾ ਨੂੰ ਅਜੇ ਪਲੇਗ ਦੀ ਵੀ ਉਸ ਵੇਲੇ ਲੋਕ ਡਰਦੇ ਆ, ਲਾਗੇ ਨਹੀਂ ਜਾਂਦੇ ਵੀ ਕਿਤੇ ਮੈਨੂੰ ਹੀ ਨਾ ਕੁਝ ਹੋ ਜੇ। ਮਹਾਂਪੁਰਖ ਅੰਮ੍ਰਿਤ ਛਕਾਉਣ ਗਏ ਆ ਤੇ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਵੀ ਇੱਕੇ ਬਾਟੇ 'ਚ ਹੀ ਅੰਮ੍ਰਿਤ ਛਕਿਆ, ਕਿਉਂਕਿ ਇੱਕੇ ਬਾਟੇ 'ਚ ਛਕਾਇਆ ਜਾਂਦਾ ਨਾ, ਉਹ ਜਿਹੜਾ ਵੱਧ ਜੇ ਸਾਰਾ ਉਹ ਛਕਾਉਂਦੇ ਆ। ਇਹ ਨਹੀਂ ਵੇਖਿਆ ਵੀ ਇਹਨੂੰ ਤੇ ਪਲੇਗ ਹੈ, ਉਹਦੇ ਨਾਲ ਹੀ ਅੰਮ੍ਰਿਤ ਛਕਿਆ ਹੈ। ਇੱਕੋ ਸਨੈਰੀਆ ਕਹਿੰਦੇ ਨਾ ਵੀ ਇੱਕੇ ਬਾਟੇ 'ਚ ਹੀ ਅੰਮ੍ਰਿਤ ਤਿਆਰ ਹੁੰਦਾ ਤੇ ਉਹਦੇ 'ਚੋਂ ਹੀ ਛਕਾਇਆ ਜਾਂਦਾ ਹੈ। ਸੋ ਇਸੇ ਤਰ੍ਹਾਂ ਅੰਮ੍ਰਿਤ ਛਕ ਕੇ ਦੁਬਾਰਾ ਮਹਾਂਪੁਰਖ ਬਾਬਾ ਅਤਰ ਸਿੰਘ ਸਾਹਿਬ ਜੀ ਪਾਸੋਂ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਹੁਣ ਇਹ ਤੋਂ ਅੱਗੇ ਜਿਵੇਂ ਪ੍ਰਸੰਗ ਜਿਹੜਾ ਹੈ ਉਹ ਹੈ ਕਿ ਦੀਵਾਨ ਦੀ ਸਮਾਪਤੀ ਹੋ ਗਈ। ਦੀਵਾਨ ਦੀ ਸਮਾਪਤੀ ਹੋ ਗਈ ਤੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਕੀ ਹੋਇਆ ਵੀ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਬਾਬਾ ਅਤਰ ਸਿੰਘ ਜੀ ਦੇ ਕੋਲ ਚ ਲੱਗੇ ਤੇ ਪੁੱਛਣ ਲੱਗੇ, ਕਹਿੰਦੇ ਬਾਬਾ ਅਤਰ ਸਿੰਘ ਜੀ ਸਾਹਿਬ ਜੀ ਮੈਨੂੰ ਦੱਸੋ ਵੀ ਆ ਗਿਆਤਰੀ ਮੰਤਰ ਜਿਹੜਾ ਨਾ ਇਹਦੇ ਬਾਰੇ ਦੱਸੋ। ਗਿਆਤਰੀ ਮੰਤਰ ਕੀ ਹੈ, ਇਹਦਾ ਕੀ ਮਹੱਤਵ ਹੈ, ਇਹਦਾ ਮਹਾਤਮ ਕਹਿੰਦੇ ਬੜਾ ਹੈ। ਤੇ ਅੱਗਿਓਂ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਕਹਿੰਦੇ ਗਾਇਤਰੀ ਮੰਤਰ ਪੁੱਛਦੇ ਹੋ ਨਾ, ਹਿੰਦੂ ਲੋਕਾਂ ਵਿੱਚ ਗਾਇਤਰੀ ਮੰਤਰ ਦਾ ਜਿਹੜਾ ਹੈ ਉਹ ਬੜਾ ਭਾਵ ਹੈ, ਪਰ ਜਿਹੜਾ ਆਪਣਾ ਗਾਇਤਰੀ ਮੰਤਰ ਉਹ ਪਤਾ ਕਿਹੜਾ ਹੈ? ਸ੍ਰੀ ਜਾਪ ਸਾਹਿਬ ਜੀ ਦੀ ਬਾਣੀ, ਗੋਬਿੰਦੇ ਮੋਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ। ਇਹ ਹੈ ਆਪਣਾ ਗਾਇਤਰੀ ਮੰਤਰ।
ਤੇ ਮਹਾਂਪੁਰਖ ਕਹਿੰਦੇ ਫਿਰ ਮੈਂ ਜਾਪ ਕਰਿਆ ਕਰਾਂ। ਇਹਦਾ ਮਹਾਤਮ ਕਹਿੰਦੇ ਬੜਾ ਹੈ ਗਾਇਤਰੀ ਮੰਤਰ ਦਾ। ਤੇ ਸੰਤ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਕਰਿਆ ਕਰੋ, ਆਪਣਾ ਗਾਇਤਰੀ ਮੰਤਰ ਤੇ ਇਹੀ ਹੈ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ। ਜਦੋਂ ਇਹਦਾ ਆਖਿਆ ਨਾ ਤੇ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੇ ਨਿਸ਼ਚੇ ਨਾਲ ਜਪਣਾ ਸ਼ੁਰੂ ਕਰਤਾ। ਭਾਵੇਂ ਨਿਤਨੇਮ ਸਵੇਰੇ ਕਰਦੇ ਆ, ਸ੍ਰੀ ਸੁਖਮਨੀ ਸਾਹਿਬ ਵੀ ਪੜ੍ਹਦੇ, 5 ਬਾਣੀਆਂ ਦਾ ਨਿਤਨੇਮ ਵੀ ਕਰਦੇ ਆ, ਹੋਰ ਵਧੇਰੇ ਬਾਣੀਆਂ ਪੜ੍ਹਦੇ ਆ। ਪਰ ਇਹ ਉਸ ਤੋਂ ਪਿੱਛੋਂ ਜਿੱਥੇ ਗੁਰਮੰਤਰ ਦਾ ਸਿਮਰਨ ਕਰਦੇ ਨਾਲ ਇਹ ਵੀ ਜਪਣਾ ਸ਼ੁਰੂ ਕਰਤਾ, ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ। ਪੜ੍ਹਨਾ ਸ਼ੁਰੂ ਕਰਤਾ, ਪੜ੍ਹੀ ਜਾਣਾ। ਜਦੋਂ ਪੜ੍ਹਦੇ ਰਹੇ ਨਾ ਤੇ ਸੰਤ ਬਾਬਾ ਜੀ ਚਲੇ ਗਏ ਤੇ ਮਹਾਂਪੁਰਖਾਂ ਨੇ ਉਸ ਵੇਲੇ ਕੀਤਾ ਵੀ ਇੱਕ ਦਿਨ ਰੱਖ ਲਿਆ ਵੀ ਹੁਣ 40 ਦਿਨ ਲਗਾਤਾਰ ਹੀ ਪੜ੍ਹਨਾ। 40 ਦਿਨ ਬੈਠ ਕੇ ਨਾ ਇੱਕ ਥਾਂ ਤੇ ਮਹਾਂਪੁਰਖਾਂ ਨੇ ਤੇ ਮਾਲਾ ਸੀ 108 ਮਣਕਿਆਂ ਦੀ, ਮਹਾਂਪੁਰਖਾਂ ਨੇ ਆਪ ਹੀ ਲਿਖਾਇਆ ਏ ਕਿ ਅਸੀਂ 108 ਮਣਕਿਆਂ ਦੀ ਮਾਲਾ ਜਿਹੜੀ ਉਹਨੂੰ 31 ਵਾਰੀ ਰੋਜ਼ ਹੀ ਉਹਨੂੰ ਪੜ੍ਹਨਾ। ਇਸ ਮੰਤਰ ਦਾ ਜਾਪ ਕਰਨਾ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ, ਗੁਰਬਾਣੀ ਪੜ੍ਹਿਆ ਕਰਨੀ। ਇਹ 2 ਪੰਕਤੀਆਂ ਪੜ੍ਹੀ ਜਾਣੀਆਂ। ਤੇ ਉਦੋਂ ਬਾਅਦ ਵਿੱਚ ਫਿਰ ਥੋੜ੍ਹੇ ਦਿਨ ਹਟ ਗਏ, ਫਿਰ ਲਗਾਤਾਰ 4 ਵਾਰੀ, ਜਿੱਦਾਂ 40 ਦਿਨ ਰੱਖ ਲੈਣੇ ਵੀ ਲਗਾਤਾਰ ਇੰਨਾ ਸਮਾਂ ਪੜ੍ਹਨਾ ਹੈ, ਤੇ 4 ਵਾਰੀ ਫਿਰ ਪੜ੍ਹ ਲਿਆ, 5 ਵਾਰੀ ਪੜ੍ਹ ਲਿਆ। ਵੇਖੋ ਕਿੰਨਾ ਸਮਾਂ, ਸਵਾ ਮਹੀਨੇ ਦਾ ਸਮਾਂ ਲੰਘ ਜਾਂਦਾ। 5 ਵਾਰੀ ਪੜ੍ਹਿਆ, 5 ਤੇ 6, ਸਵਾ 6 ਮਹੀਨੇ ਬਣ ਜਾਂਦੇ ਆ। ਲਗਾਤਾਰ ਬਿਨ ਨਾਗਿਓ ਹੀ ਪੜ੍ਹੀ ਗਏ। ਜਦੋਂ ਪੜ੍ਹੀ ਗਏ ਤੇ ਬੜਾ ਆਨੰਦ ਆਉਣ ਲੱਗ ਪਿਆ। ਸੁਣ, ਜਦੋਂ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਪੜ੍ਹਦੇ ਆ ਨਾ ਤੇ ਬੜਾ ਆਨੰਦ ਆਉਂਦਾ ਹੈ। ਇੱਕ ਰਸ ਅੰਤਰ ਆਤਮੇ, ਹੁਣ ਇਹ ਮੰਤਰ ਜਾਰੀ ਹੋ ਚੁੱਕਿਆ ਹੈ, ਇਹ ਗੁਰਬਾਣੀ ਦੀਆਂ ਪੰਕਤੀਆਂ ਜਾਰੀ ਹੋ ਚੁੱਕੀਆਂ ਹਨ ਤੇ ਪੜ੍ਹੀ ਜਾਂਦੇ ਹਨ। ਆਨੰਦ ਆਉਂਦਾ ਹੈ, ਬੜਾ ਰਸ ਆਉਂਦਾ ਹੈ, ਬੜਾ ਸਵਾਦ ਆਉਂਦਾ ਹੈ ਪਾਠ ਕਰਦੇ ਆ। ਤੇ ਕੁਝ ਸਮਾਂ ਪਾ ਕੇ ਤੇ ਫਿਰ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨਾ 6 ਮਹੀਨੇ ਲਗਾਤਾਰ ਹੀ ਇਹ ਮੰਤਰ ਜਿਹੜਾ ਆਪਣਾ ਪੜ੍ਹੀ ਗਏ ਹਨ, ਗੋਬਿੰਦੇ ਮੁਕੰਦੇ ਉਬਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਕਾਮੇ, ਇਹ ਸ਼ੰਤ ਦਾ ਜਾਪ ਕਰੀ ਗਏ। 6 ਮਹੀਨੇ ਹੋਏ ਨਾ ਜਦੋਂ, ਤੇ ਉਸ ਵੇਲੇ ਇੰਨਾ ਆਨੰਦ ਆਉਂਦਾ ਹੈ, ਸਵਾਦ ਆਉਂਦਾ ਹੈ ਕਿ ਰੁਕਦਾ ਹੀ ਨਹੀਂ। ਸੋ ਇਸ ਤਰ੍ਹਾਂ ਮਹਾਂਪੁਰਖਾਂ ਦੇ ਫਿਰ ਕਦੀ ਮਨ ਵਿੱਚ ਖਿਆਲ ਆਉਂਦਾ, ਕਹਿੰਦੇ ਵੀ ਗੁਰਮੰਤਰ ਦਾ ਜਾਪ ਵੀ ਕਰਦੇ ਆ, ਵਾਹਿਗੁਰੂ ਮੰਤਰ ਦਾ ਜਾਪ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ, ਗੁਰਬਾਣੀ ਪੜ੍ਹਦੇ ਆ ਨਾਲ ਵਾਹਿਗੁਰੂ ਮੰਤਰ ਦਾ ਵੀ ਜਾਪ ਕਰਦੇ ਆ। ਵਾਹਿਗੁਰੂ ਮੰਤਰ ਦਾ ਜਿਹੜਾ ਜਾਪ ਹੈ ਉਹ ਵਾਹਿਗੁਰੂ ਗੁਰਮੰਤਰ ਹੈ, ਉਹਦਾ ਸਵਾਦ ਵਧੇਰੇ ਹੋਣਾ ਚਾਹੀਦਾ ਹੈ। ਗੋਬਿੰਦੇ ਮੁਕੰਦੇ ਤੇ ਮਹਾਂਪੁਰਖ ਕਹਿੰਦੇ ਗਾਇਤਰੀ ਮੰਤਰ ਹੈ ਆਪਣਾ ਸਿੱਖਾਂ ਦਾ, ਪਰ ਗੁਰਮੰਤਰ ਦਾ ਸਵਾਦ ਜ਼ਿਆਦਾ ਹੋਣਾ ਚਾਹੀਦਾ। ਮਹਾਂਪੁਰਖ ਉਹ 'ਚੋਂ ਆਨੰਦ ਸਵਾਦ ਲੈਂਦੇ ਸੀਗੇ। ਆਪਾਂ ਪੜ੍ਹਦੇ ਹਾਂ ਤਾਂ ਟਾਈਮ ਟਪਾਉਣ ਵਾਸਤੇ ਵੀ ਟਾਈਮ ਦਾ ਵਧਾ ਲੰਘ ਜੇ, ਇੰਨੇ ਕੁ ਟਾਈਮ ਪੜ੍ਹਨਾ ਹੈ, ਉਹਨਾਂ ਟਾਈਮ ਹੋਇਆ ਤਾਂ ਚੱਲ ਸਮਾਪਤੀ। ਮਹਾਂਪੁਰਖ ਆਨੰਦ ਲੈਂਦੇ ਸੀਗੇ, ਆਨੰਦ ਆਉਂਦਾ ਸੀ ਉਹਨਾਂ ਨੂੰ ਜਪਣ ਦੇ ਨਾਲ। ਹੁਣ ਉਹ ਮਨ ਵਿੱਚ ਅਨੁਭਵ ਇਹ ਕਰਦੇ ਆ ਵੀ ਗੁਰਮੰਤਰ ਦਾ ਜਾਪ ਜਿਹੜਾ ਕਰਦੇ ਉਹਦਾ ਵੀ ਸਵਾਦ ਰਸ ਓਨਾ ਹੀ ਆਉਂਦਾ, ਤੇ ਗੋਬਿੰਦੇ ਮੁਕੰਦੇ ਪੜ੍ਹਨ ਦਾ ਵੀ ਰਸ ਓਨਾ ਹੀ ਆਉਂਦਾ, ਜਿੱਥੇ ਗੁਰਮੰਤਰ ਦਾ ਵਧੇਰੇ ਨਹੀਂ ਚਾਹੀਦਾ। ਇਹ ਆਪਣੇ ਮਨ ਵਿੱਚ ਸੋਚ ਰਹੇ ਆ। ਸੋ ਇੱਦਾਂ ਸੋਚਦੇ ਇਸ ਹਾਲਾਤ ਵਿੱਚ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨਾ ਸੰਤ ਬਾਬਾ ਮਿੱਤ ਸਿੰਘ ਜੀ ਦੇ ਪਾਸੋਂ ਚਲੇ ਗਏ। ਇਹ ਮਨ ਵਿੱਚ ਸੋਚਦੇ ਰਹਿੰਦੇ ਆ ਵੀ ਜਾਪ ਤੇ ਕਰਦੇ ਆ, ਗੁਰਮੰਤਰ ਦਾ ਆਨੰਦ ਵਧੇਰੇ ਆਉਣਾ ਚਾਹੀਦਾ ਹੈ। ਸੋ ਇੱਦਾਂ ਕਰਦੇ ਇੱਥੋਂ ਚਲੇ ਗਏ ਪਿੰਡ ਘੜਿਆਲ, ਇਹ ਵੀ ਜ਼ਿਲ੍ਹਾ ਜਲੰਧਰ 'ਚ ਹੀ ਹੈ, ਘੜਿਆਲ ਵੀ ਜਲੰਧਰ 'ਚ ਹੀ ਹੈ। ਘੜਿਆਲ ਚਲੇ ਗਏ, ਇੱਥੇ ਵੱਸਦੇ ਸੀ ਭਾਈ ਛੱਜਾ ਸਿੰਘ ਜੀ, ਤੇ ਭਾਈ ਛੱਜਾ ਸਿੰਘ ਜੀ ਜਿਹੜੇ ਆ ਉਹਨਾਂ ਦੇ ਪਾਸ ਚਲੇ ਗਏ ਹਨ। ਉੱਥੇ ਜਾ ਕੇ ਰਹਿਣ ਲੱਗ ਪਏ। ਬੜੇ ਸੰਤੋਖੀ ਤੇ ਸ਼ਾਂਤ ਸੁਭਾਅ ਦੇ ਸੀ ਬਾਬਾ ਛੱਜਾ ਸਿੰਘ ਜੀ। ਘੜਿਆਲ ਪਿੰਡ ਇਹਨਾਂ ਦਾ, ਜਿੱਥੇ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਦੇ ਪਿਤਾ ਜੀ ਪਹਿਲਾਂ ਛੱਡ ਕੇ ਗਏ ਸੀਗੇ ਮਹਾਂਪੁਰਖਾਂ ਨੂੰ ਪੜ੍ਹਨ ਵਾਸਤੇ। ਭਾਈ ਗਿਆਨੀ ਗੇਂਦਾ ਸਿੰਘ ਜੀ ਹੋਣਾ ਦੇ ਪਾਸ ਸੰਤਾਂ ਮਹਾਂਪੁਰਖਾਂ ਦੇ ਜਿੱਥੇ ਵਿੱਦਿਆ ਪੜ੍ਹੀ ਹੈ,
ਉਸੇ ਨਗਰ ਦੇ ਸੀ ਬਾਬਾ ਛੱਜਾ ਸਿੰਘ ਜੀ। ਤੇ ਬਾਬਾ ਛੱਜਾ ਸਿੰਘ ਜੀ ਆਪਣੇ ਨਗਰ ਵੀ ਬਾਅਦ ਵਿੱਚ ਮਹਾਂਪੁਰਖਾਂ ਦੇ ਨਾਲ ਹੀ ਆਏ ਆ। ਤੇ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਉਹ ਲਾਂਗਰੀ ਦੀ ਡਿਊਟੀ ਉਹਨਾਂ ਦੀ ਸੀ। ਪ੍ਰਸ਼ਾਦਾ ਕਿਸੇ ਨੇ ਵੀ ਆਉਣਾ, ਉਹਨਾਂ ਨੇ ਛਕਾਉਣਾ, ਤਿਆਰ ਵੀ ਕਰਵਾਉਣਾ। ਪ੍ਰਸ਼ਾਦੇ ਤਿਆਰ ਹੋ ਜਾਣੇ, ਵਰਤਾਉਣਾ ਬਾਬੇ ਛੱਜਾ ਸਿੰਘ ਨੇ ਤਿਆਰ ਕਰਕੇ। ਗੁਰੂ ਕੇ ਲੰਗਰ ਦੀ ਜ਼ਿੰਮੇਵਾਰੀ ਗੁਰਦੁਆਰਾ ਸੰਤਸਰ ਵਿਖੇ ਬਾਬਾ ਛੱਜਾ ਸਿੰਘ ਦੀ ਸੀ। ਤੇ ਪੁਰਾਤਨ ਸਿੰਘ ਜਦੋਂ ਮੈਨੂੰ ਮਿਲਦੇ ਸੀ ਨਾ ਗੁਰਦੁਆਰਾ ਸੰਤਸਰ ਸਾਹਿਬ ਵਿਖੇ, ਜਦੋਂ ਮੈਂ ਉੱਥੇ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਸੀ 2001 ਸਨ ਵਿੱਚ, ਉਹ ਦੱਸਦੇ ਕਹਿੰਦੇ ਕਿ ਜਿਹੜੇ ਉਸ ਵੇਲੇ ਪੁਰਾਤਨ ਸਿੰਘ ਆ, ਉਹ ਕਹਿੰਦੇ ਜਿਹੜਾ ਬਾਬਾ ਛੱਜਾ ਸਿੰਘ ਦੇ ਕੋਲੋਂ ਪ੍ਰੇਮ ਨਾਲ ਪ੍ਰਸ਼ਾਦਾ ਛਕ ਜਾਂਦਾ ਸੀ ਨਾ, ਉਹਨੂੰ 36 ਪ੍ਰਕਾਰ ਦਾ ਰਸ ਆ ਜਾਂਦਾ ਸੀਗਾ, ਉਹਦੇ ਕਪਾੜ ਖੁੱਲ੍ਹ ਜਾਂਦੇ ਸੀਗੇ। ਉਹਨੂੰ ਹੀ ਬੜਾ ਆਨੰਦ ਆਉਂਦਾ ਸੀ। ਜਿਹੜਾ ਇਹਨਾਂ ਦੇ ਕੋਲੋਂ ਇੱਕ ਵਾਰੀ ਪ੍ਰੇਮ ਨਾਲ ਪ੍ਰਸ਼ਾਦਾ ਛਕ ਜਾਵੇ ਨਾ, ਉਹ ਮਨੁੱਖ ਦੇ ਕਰਮ ਹੀ ਬਦਲ ਜਾਂਦੇ ਸੀ। ਇਹਨੇ ਪ੍ਰੇਮ ਦੇ ਨਾਲ ਸੋਧ ਨਾਲ ਪ੍ਰਸ਼ਾਦਾ ਤਿਆਰ ਕਰਨਾ। ਬਾਣੀ ਬੜੀ ਪੜ੍ਹਨ ਵਾਲੇ ਗੁਰਮੁਖ ਸਨ, ਤੇ ਗੁਰਮੁਖ ਦੇ ਕੋਲੋਂ ਜਿਹੜਾ ਆ ਕੇ ਪ੍ਰਸ਼ਾਦਾ ਛਕਦਾ, ਉਹਨੂੰ ਵੀ ਆਨੰਦ ਵੱਖਰਾ ਹੀ ਆਉਂਦਾ ਸੀਗਾ। ਇਹਨੇ ਉਹ ਚੜ੍ਹਦੀ ਕਲਾ ਵਾਲੇ ਸਿੰਘ ਸੀ ਬਾਬਾ ਛੱਜਾ ਸਿੰਘ ਜੀ। ਤੇ ਹੁਣ ਬਾਬਾ ਛੱਜਾ ਸਿੰਘ ਜੀ ਦੇ ਕੋਲ ਚਲੇ ਗਏ ਆ ਕਿਸ਼ਨਪੁਰੇ ਤੋਂ ਸੰਤ ਬਾਬਾ ਮਿੱਤ ਸਿੰਘ ਜੀ ਦੇ ਕੋਲੋਂ, ਜਿੱਥੇ ਬਾਬਾ ਅਤਰ ਸਿੰਘ ਜੀ ਨਾਲ ਮੇਲ ਹੋਇਆ, ਜਿੱਥੇ ਕੁਝ ਸਮਾਂ ਰਹੇ। ਹੁਣ ਇੱਥੋਂ ਬਾਬਾ ਛੱਜਾ ਸਿੰਘ ਜੀ ਦੇ ਪਿੰਡ ਘੜਿਆਲ ਚਲੇ ਗਏ ਮਹਾਂਪੁਰਖ। ਇਹਨਾਂ ਦਿਨਾਂ ਅੰਦਰ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨਾ ਇੱਥੇ ਮਾਲ ਜੋਬਨ ਸਾਧਨ ਦੀ ਕਿਰਿਆ ਕਰਦੇ ਆ। ਉਹ ਇਸ ਤਰ੍ਹਾਂ ਕਿ ਰੋਜ਼ਾਨਾ ਹੀ ਨਰਮ ਕਿਸਮ ਦੇ ਜਲਾਬ ਲੈ ਕੇ ਨਾ ਤੇ 50 ਦਿਨਾਂ ਤੱਕ ਸਰੀਰ ਨੂੰ ਸੁਥਰਾ ਰੱਖਦੇ ਆ, ਮਾਲਸ਼ ਕਰਦੇ ਆ, ਉਪਰੰਤ ਗਰਮ ਪਾਣੀ ਦੇ ਨਾਲ ਇਸ਼ਨਾਨ ਕਰ ਲਿਆ ਕਰਦੇ ਸੀਗੇ। ਇਹ ਪਤਾ ਕੀ ਜਲਾਬ ਕੀ ਹੁੰਦੇ ਹੁਣ ਵਾਲਿਆਂ ਨੂੰ ਨਹੀਂ ਪਤਾ, ਪੁਰਾਣਿਆਂ ਨੂੰ ਪਤਾ ਉਹ ਜਲਾਬ ਕੀ ਸੀ। ਹਕੀਮ ਵੀ ਦਿਆ ਕਰਦੇ ਸੀਗੇ। ਉਹਦੇ ਨਾਲ ਕੀ ਹੈ, ਜਿਵੇਂ ਹੁਣ ਡਾਕਟਰ ਦੇ ਕੋਲ ਜਾਂਦੇ ਹੋ ਨਾ, ਉਹ ਦੇ ਦਿੰਦਾ ਜੀ ਆ ਪੇਟ ਸਫਾ ਏ, ਗੋਲੀਆਂ ਦਿੰਦੇ ਨੇ, ਇਹੋ ਜਿਹੀਆਂ ਦਵਾਈਆਂ ਪੀਣ ਨੂੰ ਦਿੰਦੇ ਆ ਜਿਹਦੇ ਨਾਲ ਪੇਟ ਬਿਲਕੁਲ ਸਾਫ਼ ਅੰਦਰ ਸਾਫ਼ ਹੋ ਜਾਂਦਾ ਏ। ਉਸ ਵੇਲੇ ਇਹ ਕੁਝ ਨਹੀਂ ਸੀ, ਉਦੋਂ ਸੀ ਜਲਾਬ। ਹਕੀਮ ਵੀ ਇਹ ਦਿਆ ਕਰਦੇ ਸੀ। ਤੇ ਜਿਹੜੇ ਇੱਦਾਂ ਮਹਾਂਪੁਰਖ ਬੰਦਗੀ ਵਾਲੇ, ਉਹ ਆਪਣਾ ਅੰਦਰ ਜਿਹੜਾ ਨਾ ਉਹਨੂੰ ਸਾਫ਼ ਕਰਨ ਵਾਸਤੇ ਇਹ ਜਲਾਬ ਜਿਹੜੇ ਆ ਉਹ ਲੈ ਲਿਆ ਕਰਦੇ ਸੀਗੇ। ਤੇ ਪ੍ਰਸ਼ਾਦਾ ਤੇ ਮਹਾਂਪੁਰਖ ਇੱਕੇ ਸਮੇਂ ਛਕਦੇ ਸੀਗੇ। ਪਹਿਲਾਂ ਉਹ ਵੀ ਥੋੜ੍ਹਾ, ਤੇ ਪ੍ਰਸ਼ਾਦਾ ਛਕਦੇ ਸੀ ਥੋੜ੍ਹਾ ਉਹ ਵੀ। ਤੇ ਉਦੋਂ 50-50 ਦਿਨ ਤੱਕ ਇੱਦਾਂ ਮਹਾਂਪੁਰਖਾਂ ਨੇ ਉਹ ਜਲਾਬ ਜਿਹੜੇ ਉਹ ਲੈਣੇ। ਉਹਦੇ ਨਾਲ ਕੀ, ਉਹ ਅੰਦਰ ਜਿਹੜਾ ਸਾਫ਼ ਹੋ ਜਾਣਾ ਤੇ ਸਰੀਰ ਕਮਜ਼ੋਰ ਹੋ ਜਾਣਾ। ਉਹਦੇ ਨਾਲ ਮਹਾਂਪੁਰਖਾਂ ਨੇ ਫਿਰ ਸਰੀਰ ਆਪਣੇ ਦੀ ਮਾਲਸ਼ ਕਰ ਲੈਣੀ, ਗਰਮ ਜਲ ਲੈ ਕੇ ਉਹਦੇ ਨਾਲ ਇਸ਼ਨਾਨ ਕਰ ਲੈਣਾ, ਪਰ ਸਰੀਰ ਜਿਹੜਾ ਉਹ ਕਮਜ਼ੋਰ ਹੋ ਜਾਣਾ। ਤੇ ਬੰਦਗੀ ਕਰਨੀ ਵੱਧ ਤੋਂ ਵੱਧ ਮਹਾਂਪੁਰਖਾਂ ਨੇ ਇੱਥੇ ਰਹਿ ਕਰਕੇ ਨਾ। ਤੇ ਇਹ ਹਾਲਤ ਦੇ ਵਿੱਚ ਵੀ ਮਹਾਂਪੁਰਖਾਂ ਦਾ ਸਿਮਰਨ ਜਾਰੀ ਰਹਿੰਦਾ। ਤੇ ਰਸ ਸਵਾਰ ਜਿਹੜਾ ਏ ਉਹ ਦੋਹਾਂ ਦੇ ਜਾਪ ਸਿਮਰਨ ਵਿੱਚ ਇੱਕੋ ਜਿਹਾ ਰਹਿੰਦਾ। ਸੋ ਇੱਕੋ ਜਿਹਾ ਹੀ ਆਇਆ ਕਰਨਾ ਆਨੰਦ। ਤੇ ਖਿਆਲ ਇਹ ਵੀ ਰਹਿੰਦਾ ਕਿ ਇਹ ਕਾਰਨ ਕੀ ਹੈ ਮਨ ਵਿੱਚ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਦੇ। ਇਹ ਕਾਰਨ ਕੀ ਹੈ ਕਿ ਸਵਾਦ ਇੱਕੋ ਜਿਹਾ ਕਿਉਂ ਆਉਂਦਾ ਹੈ, ਆਨੰਦ ਇੱਕੋ ਜਿਹਾ ਕਿਉਂ ਆਉਂਦਾ ਹੈ। ਸੋ ਇਸ ਤਰ੍ਹਾਂ ਵਾਹਿਗੁਰੂ ਗੁਰ ਮੰਤਰ ਅਤੇ ਇਸ ਗਾਇਤਰੀ ਮੰਤਰ ਦੇ ਸਿਮਰਨ ਦਾ ਰਸ ਜਿਹੜਾ ਹੈ ਨਾ, ਸਵਾਦ ਤੇ ਫਲ ਦਾ ਨਿਰਣਾ ਨਹੀਂ ਹੋ ਸਕਿਆ। ਅਜੇ ਮਨ ਵਿੱਚ ਇਹ ਗੱਲਾਂ ਸੋਚਦੇ ਹੀ ਆ। ਸੋ ਸਰਦੀਆਂ ਦੇ ਜਦੋਂ ਦਿਨ ਆਉਂਦੇ ਸਨ, ਇੱਥੇ ਇਸੇ ਸੰਸੇ ਦੇ ਵਿੱਚ 12 ਮੱਘਰ ਦਾ ਦਿਨ ਆਇਆ ਹੈ, 22 ਮੱਘਰ ਦਾ। ਤੇ ਇੱਕ ਦਿਨ ਬੀਤ ਗਿਆ, ਰਾਤ ਹੋ ਗਈ, ਤੇ ਮਨ ਵਿੱਚ ਇਹੋ ਹੀ ਰਹਿਣਾ, ਮਨ ਵਿੱਚ ਇਹ ਸਿਮਰਨ ਵੀ ਕਰਨਾ, ਸੇਵਾ ਕਰਨੀ, ਸਭ ਕੁਝ ਕਰਨਾ, ਪਰ ਮਨ ਵਿੱਚ ਇਹ ਮਨ ਵਿੱਚ ਖਿਆਲ ਰਹਿਣਾ। ਕਿਉਂ ਕੋਈ ਵੀ ਖਿਆਲ ਮਨ ਵਿੱਚ ਬੈਠ ਜਾਵੇ, ਮਹਾਂਪੁਰਖਾਂ ਦੇ ਇਹੀ ਖਿਆਲ ਰਹਿਣਾ। ਤੇ ਸਰਦੀਆਂ ਦੇ ਦਿਨ ਸੀਗੇ ਤੇ 22 ਮੱਘਰ ਦਾ ਦਿਨ ਜਿਹੜਾ ਉਹ ਦਿਨ ਲੰਘ ਗਿਆ, ਰਾਤ ਆਈ ਹੈ। ਤੇ ਪਹਿਲੇ ਪਹਿਰ ਹੀ ਮਹਾਂਪੁਰਖ ਸੌਂ ਗਏ ਤੇ 1 ਵਜੇ ਰਾਤ ਨੂੰ ਉੱਠ ਪਿਆ ਕਰਦੇ ਸੀ ਰੋਜ਼ਾਨਾ ਹੀ। ਸੌਣਾ ਟਾਈਮ ਦੇ ਨਾਲ ਤੇ ਉੱਠਣਾ ਵੀ ਸਵੇਰੇ ਅੰਮ੍ਰਿਤ ਵੇਲੇ 1 ਵਜੇ ਉੱਠਣਾ। ਕਿਉਂਕਿ ਆਪਾਂ ਕਹਿੰਦੇ ਵੀ ਸਵੇਰੇ ਜਾਗਣਾ ਨਹੀਂ ਆਉਂਦਾ। ਜਾਗਣਾ ਕੀ ਆਉਣਾ, ਆਪਾਂ ਨੂੰ ਸੌਣਾ ਨਹੀਂ ਆਉਂਦਾ। ਆਪਾਂ ਸੌਂਦੇ ਰਾਤ ਨੂੰ 11 ਵਜਾ ਕੇ, ਕੋਈ ਟੀਵੀ ਵੇਖਦਾ, ਕੋਈ ਮੋਬਾਈਲ ਵੇਖਦਾ, 11 ਵਜਾ ਦਿੰਦੇ ਸੌਣ ਨੂੰ।
ਤੇ 11 ਵਜੇ ਸੌਣ ਵਾਲੇ ਨੇ 1 ਵਜੇ ਕਿੱਥੋਂ ਉੱਠ ਪੈਣਾ। ਉਹ ਪੱਕਾ 1 ਵਜੇ ਉੱਠਦੇ ਸਨ। 1 ਵਜੇ ਉੱਠੇ ਹਨ ਰੋਜ਼ਾਨਾ ਦੇ ਨਿਯਮ ਅਨੁਸਾਰ, ਤੇ ਅੱਖਾਂ ਖੁੱਲੀਆਂ ਹਨ, ਤੇ ਦੀਪਕ ਜਿਹੜਾ ਅੰਦਰ ਦੀਵਾ ਸੀ ਨਾ, ਉਦੋਂ ਲਾਈਟਾਂ ਨਹੀਂ ਸੀ ਹੈਗੀਆਂ, ਲਾਈਟ ਬੱਤੀਆਂ ਨਹੀਂ ਸੀ ਹੈਗੀਆਂ, ਉਦੋਂ ਦੀਵੇ ਜਗਾਉਂਦੇ ਸੀਗੇ, ਤੇ ਉਹ ਦੀਵਾ ਜਿਹੜਾ ਉਹ ਬੁਝਿਆ ਏ, ਅੰਦਰ ਹਨੇਰਾ ਹੀ ਹਨੇਰਾ ਏ। ਤੇ ਹੌਲੀ ਜਿਹੇ ਸੰਤਾਂ ਨੇ ਸ੍ਰੀ ਜਾਪ ਸਾਹਿਬ ਜੀ ਦੀਆਂ ਇਹ ਤੁਕਾਂ ਪੜ੍ਹ ਕੇ ਉੱਠਦਿਆਂ, ਜਦੋਂ ਅੰਮ੍ਰਿਤ ਵੇਲੇ ਉੱਠੇ ਗਿਆ ਨਾ, ਇਹ ਤੁਕਾਂ ਪੜ੍ਹ ਕੇ ਤੇ ਸਿਮਰਨ ਸ਼ੁਰੂ ਕੀਤਾ ਹੈ। ਉੱਠਦਿਆਂ ਹੀ ਉਸੇ ਵੇਲੇ ਸਿਮਰਨ ਸ਼ੁਰੂ ਕਰ ਦਿੰਦੇ ਸਨ। ਉਦੋਂ ਕੋਈ ਅਲਾਰਮ ਨਹੀਂ, ਕੋਈ ਇਹੋ ਜਿਹਾ ਸਾਧਨ ਨਹੀਂ ਵੀ ਜਿਹਦੇ ਨਾਲ ਅਲਾਰਮ ਨਾਲ ਉੱਠ ਪੈਣ। ਸਿੰਘ ਜਿਹੜੇ ਪਹਿਲੇ ਉਹ ਐਟੋਮੈਟਿਕ ਹੀ ਜਿੰਨੇ ਟਾਈਮ ਦੇ ਨਾਲ ਉਹ ਅੰਮ੍ਰਿਤ ਵੇਲੇ ਉਨੇ ਟਾਈਮ ਨਾਲ ਹੀ ਉੱਠ ਪੈਂਦੇ ਸਨ। ਉਦੋਂ ਕੋਈ ਕਿਸੇ ਕੋਲ ਇੰਨੀਆਂ ਘੜੀਆਂ ਵੀ ਕਿਸੇ ਕੋਲ ਹੈ ਨਹੀਂ, ਤੇ ਉਹ ਐਟੋਮੈਟਿਕ ਹੀ ਉਨੇ ਕੁ ਟਾਈਮ ਨਾਲ ਆਪਣੇ ਆਪ ਹੀ ਉੱਠ ਪੈਂਦੇ ਸਨ। ਇੰਨੇ ਸਿੰਘ ਜਿਹੜੇ ਪੁਰਾਤਨ ਸਿੰਘ ਆ ਨਾ, ਇੰਨੀ ਉਹ ਕਮਾਈ ਵਾਲੇ ਸਨ। ਸੋ ਇੱਦਾਂ ਮਹਾਂਪੁਰਖ ਉੱਠੇ ਤੇ ਗੁਰਬਾਣੀ ਦੀਆਂ ਪੰਕਤੀਆਂ ਸ੍ਰੀ ਜਾਪ ਸਾਹਿਬ ਦੀਆਂ ਉਚਾਰਨ ਕੀਤੀਆਂ। ਬੜਾ ਹਨੇਰਾ ਏ, ਨਮੋ ਅੰਧਕਾਰੇ ਨਮੋ ਤੇਜ ਤੇਜੇ, ਗੁਰਬਾਣੀ ਦੀਆਂ ਪੰਕਤੀਆਂ ਪੜ੍ਹੀਆਂ, ਤੇ ਐਸਾ ਚਿਤਵੰਤ ਹੋਣ ਤੇ ਸੰਤਾਂ ਦੀ ਜਿਹੜੀ ਸੁਰਤ ਹੈ ਨਾ, ਇੱਕਦਮ ਅੰਤਰ ਆਤਮੇ ਖਿੱਚੀ ਗਈ। ਤੇ ਕੀ ਵੇਖਦੇ ਆ? ਵੇਖਦੇ ਹਨ ਕਿ ਇੱਕ ਗੋਲਕਾਰ ਦਾ ਮੰਡਲ ਹੈ, ਜਿਸ ਦੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੈ, ਜਿਸ ਵਿੱਚ ਲਾਲ ਰੰਗ ਦੀ ਮਖਮਲ ਉੱਤੇ ਸੁਨਹਿਰੀ ਅੱਖਰਾਂ ਵਿੱਚ ਸੰਤ ਮੰਡਲ ਲਿਖਿਆ ਪਿਆ ਹੈ। ਇਹ ਵੀ ਇੱਕ ਤਾਕੀ ਰਾਹੀਂ ਅੰਦਰ ਚਲੇ ਗਏ ਹਨ। ਇਹ ਹੈਗੇ ਅਜੇ ਜਾਗ ਪਏ ਆ, ਹਨੇਰਾ ਇਹ ਅਜੇ ਮੰਜੇ ਤੋਂ ਉੱਠੇ ਨਹੀਂ ਗੇ, ਜਾਗ ਪਏ ਆ, ਹੈਗੇ ਅਜੇ ਮੰਜੇ ਤੇ ਹੀ ਆ, ਤੇ ਹਨੇਰਾ ਹੀ ਹਨੇਰਾ ਅੰਦਰ। ਤੇ ਉੱਠਦਿਆਂ ਜਦੋਂ ਜਾਗੇ ਆ ਨਾ, ਤੇ ਪੰਕਤੀਆਂ ਇਹ ਪੜ੍ਹਨ ਲੱਗ ਪਏ ਆ, ਤੇ ਪੰਕਤੀਆਂ ਪੜ੍ਹਦਿਆਂ ਜਿਹੜੀ ਉਹ ਸੁਰਤੀ ਹੈ ਨਾ, ਉਹ ਖਿੱਚੀ ਗਈ ਹੈ ਅੰਦਰ ਨੂੰ। ਸੋ ਅੰਤਰਮੁਖੀ ਹੋ ਗਈ ਹੈ, ਆਤਮੇ ਅੰਦਰ ਖਿੱਚੀ ਗਈ ਹੈ। ਤੇ ਉਦੋਂ ਉਹ ਸੁਰਤ ਨਾਲ ਹੀ ਮਹਾਂਪੁਰਖਾਂ ਨੂੰ ਦਿਖਿਆ ਵੀ ਜਿਵੇਂ ਇੱਕ ਵੱਡਾ ਸਾਰਾ ਗੋਲਕਾਰ ਦਾ ਮੰਡਲ ਹੈ, ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੈ ਉਹਦੇ, ਤੇ ਲਾਲ ਰੰਗ ਦੀ ਮਖਮਲ ਉੱਤੇ ਸੁਨਹਿਰੀ ਅੱਖਰਾਂ ਵਿੱਚ ਸੰਤ ਮੰਡਲ ਲਿਖਿਆ ਹੋਇਆ ਹੈ। ਤੇ ਜਿੱਦਾਂ ਮਹਾਂਪੁਰਖ ਵੀ ਇਹ ਸੁਰਤ ਰਾਹੀਂ ਵੇਖਣ ਦੇ ਵੀ ਇੱਕ ਤਾਕੀ ਰਾਹੀਂ ਅੰਦਰ ਚਲੇ ਗਏ। ਦੇਖਿਆ ਉੱਤੇ ਕਈ ਪ੍ਰਕਾਸ਼ਮਾਨ ਰੂਹਾਂ ਜਿਹੜੀਆਂ ਉਹ ਬੈਠੀਆਂ ਹਨ, ਜਿਨ੍ਹਾਂ ਦੇ ਵਿਚਕਾਰ ਮਹਾਦਿਵ ਜੋਤ ਦੇ ਦਰਸ਼ਨ ਧਿਆਨ ਲਾ ਕੇ ਕੀਤੇ ਹਨ। ਮਹਾਂਪੁਰਖਾਂ ਨੂੰ ਨਿਸ਼ਚਾ ਹੋ ਗਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੋਤ ਹੈ, ਕਿਉਂਕਿ ਐਸਾ ਇਹਨਾਂ ਨੇ ਕਈ ਵਾਰ ਵੇਖਿਆ। ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਬਣੀ ਹੈ ਨਾ, ਉੱਤੇ ਕਹਿੰਦੇ ਉਹ ਗੋਲ ਮੰਡਲ ਬਣਿਆ ਹੁੰਦਾ, ਐਸਾ ਗੋਲ ਮੰਡਲ ਦਿਸਿਆ ਹੈ, ਤੇ ਸਿਮਰਨਾ ਦਿਸਿਆ ਹੈ। ਉੱਥੇ ਹੀ ਕੁਝ ਪ੍ਰਤੀਤ ਹੋਇਆ, ਦੱਸਦੇ ਹਨ ਸੰਤ ਜੀ ਨੇ ਪਿਆਰ ਵਿੱਚ ਭਰਿਆ ਹੋਇਆ ਨਮਸਕਾਰ ਕੀਤੀ ਹੈ, ਫਿਰ ਇੱਕ ਪਾਸੇ ਟਿਕ ਕੇ ਬੈਠ ਗਏ ਹਨ। ਤੇ ਇਹਨਾਂ ਦੇ ਦੇਖਦਿਆਂ ਕਿ ਉਹ ਦਿਵ ਰੂਹਾਂ ਜੋਤਾਂ ਵਿੱਚੋਂ ਇੱਕ ਨੇ ਦੂਜੇ ਨੂੰ ਇਉਂ ਆਪਣਾ ਸ਼ੁਰੂ ਕਰ ਦਿੱਤਾ ਜਪ ਗੁਰ ਮੰਤਰ ਕਹਿਣਾ। ਉਹ ਜਿੰਨੀਆਂ ਰੂਹਾਂ ਇਕੱਠੀਆਂ ਬੈਠੀਆਂ ਨਾ, ਉਹ ਗੋਲ ਮੰਡਲ ਦੇ ਵਿੱਚ ਮਹਾਂਪੁਰਖ ਵੀ ਇੱਕ ਜਾ ਕੇ ਸਾਈਡ ਤੇ ਬੈਠ ਗਏ ਆ। ਉਹ ਮਨ ਵਿੱਚ ਇੱਕ ਸ਼ੰਕਾ ਸੀ ਨਾ, ਉਹ ਅਕਾਲ ਪੁਰਖ ਵਾਹਿਗੁਰੂ ਨੇ ਉਹ ਕੱਢਣਾ ਸੀਗਾ। ਇੱਕ ਕਹਿੰਦਾ ਜਪ ਗੁਰ ਮੰਤਰ, ਉਹ ਦੂਜਾ ਦੂਜੇ ਨੂੰ ਕਹਿੰਦਾ ਜਪ ਗੁਰ ਮੰਤਰ, ਦੂਜਾ ਅੱਗੇ ਤੀਜੇ ਨੂੰ ਕਹਿੰਦਾ ਜਪ ਮਹਾ ਮੰਤਰ, ਤੀਜਾ ਅੱਗੇ ਚੌਥੇ ਨੂੰ ਕਹਿੰਦਾ ਜਪ ਮਹਾ ਮੰਤਰ, ਤੀਜੇ ਨੇ ਅੱਗੇ ਚੌਥੇ ਨੂੰ, ਚੌਥੇ ਨੇ ਪੰਜਵੇਂ ਨੂੰ ਜਪ ਵਾਹਿਗੁਰੂ, ਜਪ ਵਾਹਿਗੁਰੂ ਮੰਤਰ ਪੜ੍ਹ ਸੁਣਾਇਆ। ਇਹ ਆਵਾਜ਼ਾਂ ਮਹਾਂਪੁਰਖਾਂ ਨੂੰ ਜਦੋਂ ਇਹ ਸੁਣੀਆਂ ਨਾ, ਸੁਣਾਈ ਦਿੱਤੀਆਂ, ਉਸ ਵੇਲੇ ਮੰਜੇ ਤੇ ਸੀਗੇ। ਮਹਾਂਪੁਰਖ ਕਹਿੰਦੇ ਵੀ ਨਾ ਤੇ ਅਸੀਂ ਸੁੱਤੇ ਸਾਂ, ਵੀ ਉੱਠਦੇ ਪਏ ਆ, ਤੇ ਨਾ ਹੀ ਉਦੋਂ ਜਾਗਦੇ ਆ। ਉਦੋਂ ਇੰਝ ਲੱਗਾ ਵੀ ਨਾ ਤਾਂ ਅਸੀਂ ਸੁੱਤੇ ਹੀ ਹਾਂ ਤੇ ਨਾ ਜਾਗਦੇ ਹੀ ਹਾਂ, ਬਲਕਿ ਇਹਨਾਂ ਨੇ ਇਹ ਸਭ ਕੁਝ ਅੰਤਰ ਆਤਮੇ ਦੀਆਂ ਅੱਖਾਂ ਨਾਲ ਵੇਖਿਆ ਤੇ ਕੰਨਾਂ ਦੇ ਨਾਲ ਸੁਣਿਆ ਏ। ਪਤਾ ਨਹੀਂ ਐਸੀ ਅਵਸਥਾ ਨੂੰ ਕੀ ਕਹਿੰਦੇ। ਮਹਾਂਪੁਰਖ ਕਹਿੰਦੇ ਵੀ ਸਾਨੂੰ ਨਹੀਂ ਪਤਾ ਵੀ ਇਹ ਕਿਹੜੀ ਅਵਸਥਾ ਸੀ, ਪਰ ਉਸ ਵੇਲੇ ਸਾਡੇ ਮਨ ਵਿੱਚੋਂ ਉਹ ਜਿਹੜਾ ਭਰਮ ਉਹ ਨਿਕਲਿਆ।
ਕਿ ਉਹ ਸਾਰੇ ਇਕੱਠੇ ਬੈਠੇ ਸੀ ਨਾ, ਉਹ ਇੱਕ ਕਹਿੰਦਾ ਦੂਜੇ ਨੂੰ ਕਹੋ ਵਾਹਿਗੁਰੂ, ਜਪ ਵਾਹਿਗੁਰੂ, ਦੂਜਾ ਕਹਿੰਦਾ ਜਪ ਮਹਾ ਮੰਤਰ, ਜਪ ਗੋਬਿੰਦੇ ਮੁਕੰਦੇ ਉਦਾਰੇ ਉਪਾਰੇ। ਕਿ ਉਹ ਸਾਰੇ ਗੁਰਮੰਤਰ ਵੀ ਜਪਦੇ ਆ ਤੇ ਗੁਰਬਾਣੀ ਵੀ ਪੜ੍ਹਦੇ ਆ, ਗੋਬਿੰਦੇ ਮੁਕੰਦੇ ਉਦਾਰੇ ਉਪਾਰੇ ਵੀ ਪੜ੍ਹਦੇ ਆ। ਸੋ ਇਸ ਤਰ੍ਹਾਂ ਮਹਾਂਪੁਰਖ ਕਹਿੰਦੇ ਵੀ ਉਦੋਂ ਨਾ ਤਾਂ ਅਸੀਂ ਜਾਗਦੇ ਸਾਂ ਤੇ ਨਾ ਅਸੀਂ ਸੁੱਤੇ ਆ, ਵੀ ਉੱਠ ਮੰਜੇ ਤੋਂ ਅੱਖਾਂ ਤੇ ਖੋਲ੍ਹੀਆਂ ਨੇ। ਸੋ ਹੁਣ ਉਸ ਸਮੇਂ ਮਹਾਂਪੁਰਖ ਕਹਿੰਦੇ ਕੰਨਾਂ ਦੇ ਨਾਲ ਅਸੀਂ ਸੁਣਿਆ ਏ। ਪਤਾ ਨਹੀਂ ਵੀ ਐਸੀ ਅਵਸਥਾ ਨੂੰ ਕੀ ਕਿਹਾ ਜਾਂਦਾ ਏ, ਪਰ ਠੀਕ ਦੇਖਦਿਆਂ ਤੇ ਚੰਗੀ ਤਰ੍ਹਾਂ ਪ੍ਰਤੀਤ ਕੀਤਾ ਏ। ਮਹਾਂਪੁਰਖ ਕਹਿੰਦੇ ਪਤਾ ਨਹੀਂ ਕੀ ਵੀ ਕਿਹੜੀ ਅਵਸਥਾ ਸੀ, ਪਰ ਅਸੀਂ ਉਹ ਵੇਖਿਆ ਵੀ ਹੈ ਤੇ ਪ੍ਰਤੀਤ ਵੀ ਕੀਤਾ ਹੈ। ਫਿਰ ਅੱਖ ਖੁੱਲ ਗਈ ਹੈ। ਕਹਿੰਦੇ ਫਿਰ ਉਹ ਜਿਹੜੀ ਆਤਮਾ ਅੰਦਰ ਸੀ ਨਾ, ਉਹ ਸੁਰਤ ਗਈ, ਉਹ ਪਾਸੇ ਹੋ ਗਈ ਹੈ ਤੇ ਅੱਖ ਖੁੱਲ ਗਈ ਹੈ, ਭਾਵ ਉੱਠ ਪਏ ਆ। ਸੁਰਤ ਆਪਣੇ ਅਸਲੀ ਟਿਕਾਣੇ ਉੱਤੇ ਬਾਹਰ ਮੁਖੀ ਆ ਗਈ ਹੈ। ਸਰੀਰ ਫੁੱਲ ਤੋਂ ਵੀ ਹੌਲਾ ਹੋ ਗਿਆ ਤੇ ਮਨ ਕਿਸੇ ਅਸਰਜ ਰਸ ਸਵਾਦ ਵਿੱਚ ਭਿੱਜਿਆ ਪ੍ਰਤੀਤ ਕੀਤਾ। ਇਹ ਕੌਤਕ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੇ ਪਿੰਡ ਘੜਿਆਲ, ਜ਼ਿਲ੍ਹਾ ਜਲੰਧਰ ਵਿੱਚ ਰਹਿੰਦਿਆਂ ਹੋਇਆਂ ਵੇਖਿਆ। ਤੇ ਇਹ ਸਾਰਾ ਜਿਹੜਾ ਕੌਤਕ ਹੈ ਨਾ, ਮਹਾਂਪੁਰਖਾਂ ਨੇ ਆਪ ਜਿਹੜੇ ਲੇਖਕ ਗਿਆਨੀ ਦਿੱਲੀ ਦੇ ਵਿੱਚ ਸਨ ਨਾ ਰਹਿਣ ਵਾਲੇ, ਈਸ਼ਰ ਸਿੰਘ ਜੀ ਨਾਹਰਾ, ਉਹਨਾਂ ਨੂੰ ਆਪ ਸੰਤ ਬਾਬਾ ਗੁਰਬਖਸ਼ ਸਿੰਘ ਜੀ ਨੇ ਦੱਸ ਕੇ ਲਿਖਾਇਆ ਇਹ ਸਾਰਾ ਕੌਤਕ, ਵੀ ਆਹ ਕੌਤਕ ਸਾਡੇ ਨਾਲ ਵਰਤਿਆ। ਉਹ ਮਨ ਵਿੱਚੋਂ ਸ਼ੰਕਾ ਦੂਰ ਹੋਇਆ ਵੀ ਸਿਮਰਨ ਜਿਹੜਾ ਏ ਉਹ ਬੈਠੇ ਸਾਰੇ ਕਰੀ ਜਾਂਦੇ ਆ, ਉਹ ਵਾਹਿਗੁਰੂ ਵੀ ਜਪੀ ਜਾਂਦੇ ਆ, ਇਸ ਕਰਕੇ ਗੁਰਬਾਣੀ ਵੀ ਪੜ੍ਹਨੀ ਹੈ, ਸਾਰਾ ਸਿਮਰਨ ਵੀ ਕਰਨਾ ਏ ਤੇ ਗੋਬਿੰਦੇ ਮੁਕੰਦੇ ਵੀ ਪੜ੍ਹ ਲਈਏ। ਰਸ ਇੱਕੋ ਜਿਹਾ ਹੀ ਹੈ ਸਤਿਗੁਰਾਂ ਦੀ ਗੁਰਬਾਣੀ ਵਿੱਚ। ਸਤਿਗੁਰਾਂ ਦਾ ਬਚਨ ਜਿਹੜਾ ਹੈ ਨਾ, ਉਹ ਕੋਈ ਵੀ ਪੜ੍ਹ ਲਈਏ ਰਸ ਇੱਕੋ ਜਿਹਾ ਹੀ ਆਉਂਦਾ ਹੈ। ਸੋ ਇਸ ਤਰ੍ਹਾਂ ਇਹ ਹੁਣ ਘੜਿਆਲ ਪਿੰਡ ਵਿੱਚ ਮਹਾਂਪੁਰਖ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਰਹਿ ਰਹੇ ਹਨ। ਸੋ ਘੜਿਆਲ ਪਿੰਡ ਵਿੱਚ ਮਹਾਂਪੁਰਖ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਜਲੰਧਰ ਜ਼ਿਲ੍ਹੇ ਵਿੱਚ ਇੱਥੇ ਰਹਿੰਦੇ ਆ। ਇੱਥੇ ਹੀ ਡਾਕਟਰ ਜੋਰਾਵਰ ਸਿੰਘ ਪਿੰਡ ਪਧਿਆਣਾ, ਜ਼ਿਲ੍ਹਾ ਜਲੰਧਰ ਵਾਲੇ, ਜੋ ਸ਼ਿਲਾਂਗ ਅਸਾਮ ਵਿੱਚ ਰਹਿੰਦੇ ਸੀ ਨਾ, ਇਹਨਾਂ ਦੀ ਸਰਦਾਰਨੀ ਜਿਹੜੀ ਸੀ ਉਹ ਵੀ ਇੱਥੇ ਹੀ ਆਣ ਕੇ ਮਿਲੇ ਮਹਾਂਪੁਰਖਾਂ ਨੂੰ, ਇਸੇ ਪਿੰਡ ਵਿੱਚ ਹੀ। ਇਹ ਆਖਣ ਲੱਗੇ ਕਿ ਸਾਨੂੰ ਸੰਤ ਬਾਬਾ ਅਤਰ ਸਿੰਘ ਜੀ ਦੇ ਦਰਸ਼ਨ ਕੀਤਿਆਂ ਨੂੰ 19 ਸਾਲ ਹੋ ਗਏ ਆ। ਸਾਡੀ ਖਾਹਿਸ਼ ਹੈ ਕਿ ਆਪ ਜੀ ਸਾਡੇ ਨਾਲ ਚੱਲੋ ਤੇ ਜਾ ਕੇ ਤੇ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਦੇ ਦਰਸ਼ਨ ਕਰੀਏ। ਇਹ ਆਏ ਨੇ ਅਸਾਮ ਵਿੱਚੋਂ, ਸ਼ਿਲਾਂਗ ਵਿੱਚੋਂ, ਇਹ ਘੜਿਆਲ ਆਏ ਨੇ। ਪਿੰਡ ਇਹਨਾਂ ਦਾ ਲਾਗੇ ਹੈ, ਪਿੰਡ ਇਹਨਾਂ ਦਾ ਪਧਿਆਣਾ ਹੈ, ਪਰ ਇੱਥੇ ਆਏ ਤੇ ਇਹਨਾਂ ਨੂੰ ਪਤਾ ਲੱਗਾ ਕਿ ਮਹਾਂਪੁਰਖਾਂ ਦਾ ਉਹਨਾਂ ਨਾਲ ਬੜਾ ਪ੍ਰੇਮ ਹੈ ਸੰਤ ਬਾਬਾ ਅਤਰ ਸਿੰਘ ਜੀ ਨਾਲ। ਇਹ ਆ ਕੇ ਕਹਿਣ ਲੱਗੇ ਵੀ 19 ਸਾਲ ਹੋ ਗਏ ਸਾਨੂੰ ਉਹਨਾਂ ਦੇ ਦਰਸ਼ਨ ਕੀਤਿਆਂ ਨੂੰ, ਸਾਡਾ ਜੀ ਕਰਦਾ ਉਹਨਾਂ ਦੇ ਦਰਸ਼ਨ ਕਰੀਏ ਤੇ ਮਹਾਂਪੁਰਖਾਂ ਦੇ ਦਰਸ਼ਨ ਕਰਾ ਕੇ ਲਿਆਓ ਸਾਨੂੰ ਨਾਲ ਚੱਲ ਕੇ। ਤੇ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਮੰਨ ਗਏ, ਕਹਿੰਦੇ ਠੀਕ ਹੈ, ਪ੍ਰਵਾਨ ਕਰ ਲਿਆ। ਤੇ ਇਹਨਾਂ ਦੇ ਨਾਲ ਹੀ ਕਾਲਰਾ ਹਾਈ ਸਕੂਲ ਜਲੰਧਰ ਦੇ ਹੈੱਡ ਮਾਸਟਰ ਹੰਸਾ ਸਿੰਘ ਤੇ ਸਰਦਾਰ ਇੰਦਰ ਸਿੰਘ ਜੀ ਡਰੌਲੀ ਵਾਲੇ ਜਿਹੜੇ ਆ ਜਲੰਧਰ ਵਾਲੇ, ਉਹਨਾਂ ਨੂੰ ਵੀ ਤਿਆਰ ਕਰ ਲਿਆ। ਇਸ ਤਰ੍ਹਾਂ ਨਾਲ ਇਹ ਸਾਰੇ 5 ਸਰੀਰ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਨੂੰ ਤੁਰ ਪਏ ਹਨ। ਸੰਤ ਬਾਬਾ ਅਤਰ ਸਿੰਘ ਜੀ ਇੰਨੀ ਦਿਨੀ ਸੰਗਰੂਰ ਵਿੱਚ ਸਰਦਾਰ ਵਜ਼ੀਰ ਸਿੰਘ ਦੀ ਕੋਠੀ ਠਹਿਰੇ ਹੋਏ ਸਨ। ਸੋ ਇਹ ਸਾਰੇ ਜਾਣੇ ਦਰਸ਼ਨ ਕਰਨ ਵਾਸਤੇ ਮਹਾਂਪੁਰਖਾਂ ਦੇ, ਡਾਕਟਰ ਜੋਰਾਵਰ ਸਿੰਘ ਜੀ ਆਪ ਬੜੇ ਚੰਗੇ ਪ੍ਰੇਮੀ ਤੇ ਗੁਰਮਤਿ ਦੇ ਖੋਜੀ ਪੁਰਸ਼ ਸਨ। ਇਹਨਾਂ ਨੇ ਗੁਰਮਤਿ ਸੰਬੰਧੀ ਕਈ ਪ੍ਰਸ਼ਨ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਅੱਗੇ ਪ੍ਰਗਟ ਕੀਤੇ ਤੇ ਉਹਨਾਂ ਨੇ ਸੁਣੇ ਵੀ ਤੇ ਉਹਦੇ ਉੱਤਰ ਵੀ ਦਿੱਤੇ। ਕਈ ਦਿਨ ਰਹਿ ਕੇ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਦੀ ਰਸਨਾ ਤੋਂ ਕੀਰਤਨ ਸਰਵਣ ਕਰਦੇ ਰਹੇ ਤੇ ਲਾਭ ਲੈਂਦੇ ਰਹੇ। ਇੱਥੇ ਹੀ ਸੰਤ ਬਾਬਾ ਗੁਰਬਖਸ਼ ਸਿੰਘ ਜੀ ਸੰਤ ਮਹਾਂਪੁਰਖਾਂ ਅੱਗੇ ਆਪਣੇ ਜੋ ਇਹ ਜਾਪ ਕੀਤਾ ਸੀ ਨਾ,
40 ਦਿਨ ਲਗਾਤਾਰ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਤੇ ਵਾਹਿਗੁਰੂ ਗੁਰਮੰਤਰ ਦੇ ਜਾਪ ਵਿੱਚ ਇੱਕੋ ਹੀ ਰਸ ਸਵਾਦ ਦਾ ਅਤੇ ਮਨ ਵਿੱਚ ਉੱਠੇ ਫੁਰਨੇ ਸ਼ੰਕੇ ਦਾ ਜ਼ਿਕਰ ਵੀ ਕੀਤਾ ਤੇ ਉਹ ਵੀ ਜਿਹੜਾ ਚਮਤਕਾਰ ਵੇਖਿਆ ਸੀ ਨਾ, ਇਹ ਵੀ ਸਾਰਾ ਕੁਝ ਸੁਣਾ ਦਿੱਤਾ। ਉੱਤਰ ਵਿੱਚ ਮਹਾਂਪੁਰਖਾਂ ਨੇ ਫਰਮਾਇਆ, ਬਾਬੇ ਅਤਰ ਸਿੰਘ ਸਾਹਿਬ ਜੀ ਨੇ, ਕਿ ਤੁਹਾਡੇ ਸੰਕਲਪ ਅਤੇ ਸ਼ੰਕੇ ਨੂੰ ਦੂਰ ਕਰਨ ਲਈ ਗੁਰੂ ਨਿਰੰਕਾਰ ਵੱਲੋਂ ਇਹ ਤੁਹਾਨੂੰ ਉੱਤਰ ਮਿਲਿਆ ਏ ਕਿ ਕਿਸੇ ਸ਼ਬਦ ਜਾਂ ਛੰਦ ਦਾ ਜਾਪ ਗਿਣਿਆ ਮਿਥਿਆ ਨਹੀਂ ਕੀਤਾ ਜਾਂਦਾ। ਕਹਿੰਦੇ ਵੀ ਇਹ ਤੁਹਾਨੂੰ ਉੱਤਰ ਮਿਲਿਆ ਏ। ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਨੇ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੂੰ ਇਹ ਉੱਤਰ ਦਿੱਤਾ, ਕਿਉਂਕਿ ਦੱਸ ਦਿੱਤਾ ਸਾਰਾ ਕੁਝ ਵੀ ਪਹਿਲਾਂ ਮੈਂ 40 ਦਿਨ ਜਿਹੜਾ ਤੁਸੀਂ ਕਿਹਾ ਸੀ ਨਾ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਂਦਰ ਨਾਮੇ ਅਕਾਮੇ, ਇਹ ਆਪਣਾ ਗਾਇਤਰੀ ਮੰਤਰ ਹੈ। ਜਿਵੇਂ ਹਿੰਦੂਆਂ 'ਚ ਗਾਇਤਰੀ ਮੰਤਰ ਉਹਨਾਂ ਦਾ, ਆਪਣਾ ਇਹ ਹੈ। ਤੇ ਮੈਂ 40 ਦਿਨ 5 ਵਾਰੀ ਇਹ ਸਮਾਂ ਪੂਰਾ ਕੀਤਾ ਏ। ਤੇ ਬਾਅਦ ਵਿੱਚ ਸ਼ੰਕਾ ਮਨ ਵਿੱਚ ਆ ਗਿਆ ਵੀ ਰਸ ਇੱਕੋ ਜਿਹਾ ਆਉਂਦਾ ਵਾਹਿਗੁਰੂ ਪੜ੍ਹਨ ਦਾ ਤੇ ਇਹ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਪੜ੍ਹਨ ਦਾ, ਜਾਪ ਸਾਹਿਬ ਜੀ ਦੀ ਬਾਣੀ। ਤੇ ਬਾਅਦ ਵਿੱਚ ਉਹ ਚਮਤਕਾਰ ਹੋਇਆ ਜਿਹੜਾ, ਉਹ ਵੀ ਦੱਸਿਆ ਵੀ ਇੱਦਾਂ ਮੈਨੂੰ ਦਿਸਿਆ। ਤੇ ਕਹਿਣ ਲੱਗੇ ਮਹਾਂਪੁਰਖ ਬਾਬਾ ਅਤਰ ਸਿੰਘ ਸਾਹਿਬ ਜੀ, ਕਹਿੰਦੇ ਵੀ ਇਹ ਸਾਰਾ ਕੁਝ ਵਾਹਿਗੁਰੂ ਨੇ, ਨਿਰੰਕਾਰ ਨੇ ਇਹ ਤੁਹਾਨੂੰ ਉੱਤਰ ਦਿੱਤਾ ਏ ਕਿ ਕਿਸੇ ਸ਼ਬਦ ਜਾਂ ਛੰਦ ਦਾ ਜਾਪ ਗਿਣਿਆ ਮਿਥਿਆ ਨਹੀਂ ਕੀਤਾ ਜਾਂਦਾ। ਸਿਮਰਨ ਅਭਿਆਸ ਤਾਂ ਮਹਾਮੰਤਰ ਗੁਰਮੰਤਰ ਵਾਹਿਗੁਰੂ ਮੰਤਰ ਦਾ ਹੀ ਜਾਰੀ ਰੱਖਣਾ ਚਾਹੀਦਾ ਹੈ। ਮਹਾਂਪੁਰਖਾਂ ਕਿਹਾ ਮਹਾਮੰਤਰ ਗੁਰਮੰਤਰ ਵਾਹਿਗੁਰੂ ਮੰਤਰ ਦਾ ਜਿਹੜਾ ਜਾਪ ਹੈ ਨਾ, ਇਹ ਹੀ ਰੱਖਣਾ ਚਾਹੀਦਾ ਹੈ। ਸੰਤ ਮਹਾਰਾਜ ਜੀ ਦੀ ਰਸਨਾ ਤੋਂ, ਮਹਾਂਪੁਰਖਾਂ ਦੀ ਰਸਨਾ ਤੋਂ ਇਹ ਗੱਲ ਦੀ ਪੁਸ਼ਟੀ ਸੁਣ ਕੇ ਇਹਨਾਂ ਨੂੰ ਪੱਕਾ ਨਿਸ਼ਚਾ ਹੋ ਗਿਆ ਤੇ ਫਿਰ ਅੰਤ ਤੀਕ ਦ੍ਰਿੜ ਵਿਸ਼ਵਾਸ ਨਾਲ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਜਿਹੜਾ ਜਾਰੀ ਰੱਖਿਆ। ਮਹਾਂਪੁਰਖ ਕਹਿੰਦੇ ਗੁਰਬਾਣੀ ਪੜ੍ਹਨੀ ਹੈ ਨਾ, ਜਾਪ ਸਾਹਿਬ ਦੀ ਪੜ੍ਹੋ। ਅਸੀਂ ਤਾਂ ਤੁਹਾਨੂੰ ਦੱਸਿਆ ਸੀ, ਪਰ ਤੁਸੀਂ ਜਿਹੜਾ ਸਿਮਰਨ ਹੈ ਨਾ, ਇਹ ਕੇਵਲ ਵਾਹਿਗੁਰੂ ਦਾ ਹੀ ਕਰਿਆ ਕਰੋ। ਫਿਰ ਅਖੀਰ ਤੱਕ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੇ ਵਾਹਿਗੁਰੂ ਮੰਤਰ ਦਾ ਜਾਪ ਜਿਹੜਾ ਹੈ ਨਾ, ਅਖੀਰਲੇ ਸਵਾਸਾਂ ਤੱਕ ਇਹ ਜਾਰੀ ਰੱਖਿਆ ਏ। ਫਿਰ ਨਹੀਂ ਵਿਸਰਨ ਦਿੱਤਾ। ਫਿਰ ਹੋਰ ਕੋਈ ਵੀ ਜਿਹੜਾ ਜਾਪ ਉਹਦੀ ਰਮਤਾ ਨਹੀਂ ਕੀਤੀ, ਨਾ ਕੋਈ ਗਿਣਿਆ ਮਿਥਿਆਈ ਹੈ। ਉਹ ਦਿਨ ਰਾਤ ਵਾਹਿਗੁਰੂ ਦਾ ਹੀ ਸਿਮਰਨ ਕਰਦੇ ਰਹੇ। ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਅਖੀਰ ਨੂੰ ਵਾਹਿਗੁਰੂ ਦੇ ਹੀ ਵਿੱਚ ਜਾ ਕੇ ਸਮਾਏ ਹਨ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ ਹੈ। ਸੋ ਐਸਾ ਜੀਵਨ ਸੀ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਦਾ, ਜੋ ਆਪ ਜੀ ਨੇ ਸਰਵਣ ਕੀਤਾ ਹੈ। ਸੋ ਬਾਕੀ ਜਿਹੜਾ ਅਗਲਾ ਜੀਵਨ ਹੈ, ਇਹ ਤੋਂ ਤੱਕ ਆਪ ਜੀ ਨੇ ਅੱਜ ਸਰਵਣ ਕੀਤਾ ਹੈ। ਬਾਕੀ ਆਪ ਜੀ ਕੱਲ੍ਹ ਨੂੰ ਸਰਵਣ ਕਰੋਗੇ। ਸਤਿਗੁਰੂ ਕਿਰਪਾ ਕਰਨ, ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣ, ਅਗਾਂਹ ਵਾਸਤੇ ਸੁਮੱਤ ਬਖਸ਼ਣ। ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।